ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਸਾਡੇ ਐਕਸਕਲੂਸਿਵ ਪ੍ਰੋਗਰਾਮ ਇਨਸਾਈਟਸ ਵਿਦ ਵਿਸ਼ਾਲ ਸੂਦ ਦੇ ਵਿੱਚ। ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੀਆਂ ਮੁੱਖ ਖਬਰਾਂ ਤੇ ਜ਼ਰੂਰੀ ਅਪਡੇਟਸ ਬਾਰੇ। ਹਰ ਵਾਰ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਮੌਜੂਦ ਨੇ ਫਾਊਂਡਰ ਐਂਡ CEO ਆਫ ਪੰਜਾਬ ਟੂਡੇ ਚੈਨਲ ਵਿਸ਼ਾਲ ਸੂਦ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਗੁਰਲੀਨ। ਸਰ, ਪੰਜਾਬ ਦੇ ਮੁੱਖ ਮੰਤਰੀ CM ਭਗਵੰਤ ਮਾਨ ਦੌਰਾ ਕਰਨਗੇ ਦਿੱਲੀ ਹਸਪੀਟਲਸ ਤੇ ਐਜੂਕੇਸ਼ਨਲ ਇੰਸਟੀਟਿਊਟਸ ਦਾ ਸੀਨੀਅਰ ਆਫੀਸ਼ੀਅਲਸ ਉਹਨਾਂ ਨੂੰ ਅਕੰਪਨੀ ਕਰਨਗੇ ਤੇ ਜਾਣੂ ਕਰਵਾਉਣਗੇ ਜਿਹੜੇ ਮੌਜੂਦਾ ਪ੍ਰੋਜੈਕਟਸ ਨੇ ਉਹਨਾਂ ਬਾਰੇ। ਇਹ ਦੌਰਾ ਕਿੰਨਾ ਕੁ ਕਾਰਜਸ਼ੀਲ ਸਾਬਤ ਹੋ ਸਕਦਾ? ਦੇਖੋ, CM ਤੇ ਉਹਨਾਂ ਦੇ ਸੀਨੀਅਰ ਆਫੀਸਰਸ ਦਾ ਇੱਕ ਹੋਰ ਦੌਰਾ ਦਿੱਲੀ ਦੇ ਵਿੱਚ ਜਿਹੜੇ ਉਹਨਾਂ ਦੇ ਸਕੂਲਸ ਨੇ, ਉਹਨਾਂ ਦੇ ਕੀ ਪ੍ਰੋਸੈਸ ਨੇ, ਵਟ ਆਰ ਦੀ ਬੈਸਟ ਪ੍ਰੈਕਟਿਸਿਸ, ਤੇ ਉਸ ਤੋਂ ਇਲਾਵਾ ਜਿਹੜਾ ਉਹਨਾਂ ਦੇ ਮੁਹੱਲਾ ਕਲੀਨਿਕ ਨੇ, ਰਾਈਟ, ਉਹਦੇ ਬਾਰੇ ਉਹ ਦੌਰਾ ਕਰਨ ਗਏ ਨੇ। ਤੇ ਆਈ ਐਮ ਸ਼ੋਰ ਕਿ ਉਹਨਾਂ ਨੇ ਪਹਿਲਾਂ ਵੀ ਇਹ ਸਾਰੀਆਂ ਚੀਜ਼ਾਂ FI ਤੇ ਸਾਡਾ ਪੁਆਇੰਟ ਸੀ ਜਦੋਂ ਕੈਂਪੇਨ 'ਚ ਕਿ ਵੀ ਆਪਾਂ ਇਹੋ ਜਿਹੇ ਮਾਡਲ ਲੈ ਕੇ ਆਵਾਂਗੇ ਅਤੇ ਇੱਥੇ ਇੱਕ ਪਾਇਲਟ ਲੈਵਲ 'ਤੇ ਸ਼ੁਰੂ ਕਰ ਦੇਣੇ ਚਾਹੀਦੇ ਨੇ। ਅਤੇ ਹੁਣ ਆਈ ਐਮ ਸ਼ੋਰ ਕਿ ਉਹਨਾਂ ਨੂੰ ਭਗਵੰਤ ਮਾਨ ਜੀ ਨੂੰ ਇਸ ਬਾਰੇ ਪਹਿਲਾਂ ਵੀ ਨੌਲੇਜ ਹੈਗੀ ਹੈ। ਹੀ ਹੈਜ਼ ਬੀਨ MP ਅਤੇ ਆਮ ਆਦਮੀ ਪਾਰਟੀ ਦੇ ਮੈਂਬਰ ਹੋਣ ਦੇ ਨਾਤੇ ਉਹਨਾਂ ਨੇ ਸਾਰੀਆਂ ਚੀਜ਼ਾਂ ਅਬਜ਼ਰਵ ਕੀਤੀਆਂ ਨੇ। ਤੋਂ ਆਪਣੇ ਕੁਝ ਆਫਿਸਰਸ ਨੂੰ ਲੈ ਕੇ ਜਾ ਰਹੇ ਨੇ। ਦੇਰ ਇਜ਼ ਨਥਿੰਗ ਮਚ ਟੂ ਰੀਡ ਇਨ ਟੂ ਇਟ। ਇੱਕ ਚੀਜ਼ ਹੈ ਵਾ ਕਿ ਉਹ ਵਾਲਾ ਮਾਡਲ ਇੱਥੇ ਇੰਪਲੀਮੈਂਟ ਕਰਨ ਵਾਲੇ ਨੇ, ਬਟ ਮੈਂ ਇਹ ਵੀ ਸੁਜੈਸਟ ਕਰੂੰਗਾ ਕਿ ਮਾਡਲ ਬਲਾਈਂਡਲੀ ਨਾ ਫੋਲੋ ਕੀਤਾ ਜਾਵੇ। ਦੀ ਪ੍ਰੋਬਲਮਸ ਫੇਸਡ ਬਾਏ people of Delhi and people of Punjab are very different. ਐਂਡ ਭਾਵੇਂ ਉਹ ਹੈਲਥ ਦੀ ਗੱਲ ਹੋਵੇ, ਭਾਵੇਂ ਇਨਫਰਾਸਟਰਕਚਰ ਦੀ ਗੱਲ ਹੋਵੇ, ਭਾਵੇਂ ਐਜੂਕੇਸ਼ਨ ਦੀ ਗੱਲ ਹੋਵੇ, ਜਿਹੜੇ ਸਾਡੇ ਲੋਕਾਂ ਦੇ ਚੈਲੰਜਸ ਨੇ ਉਹ ਬੜੇ ਡਿਫਰੈਂਟ ਨੇ। ਦਿੱਲੀ ਦੇ ਬੱਚਿਆਂ ਦੀ ਜੋ ਅੰਡਰਸਟੈਂਡਿੰਗ ਹੈ, ਜੋ ਕਮਿਊਨੀਕੇਸ਼ਨ ਸਕਿੱਲ ਹੈ, ਸਾਡੇ ਬੱਚਿਆਂ ਦੀ ਜੋ ਅੰਡਰਸਟੈਂਡਿੰਗ ਕਮਿਊਨੀ, ਉਹਦੇ ਵਿੱਚ ਵੀ ਇੱਕ ਡਿਫਰੈਂਸ ਹੈਗਾ। ਅਤੇ ਸਾਨੂੰ ਜਿਹੜੇ ਮਾਡਲ ਬਣਾਉਣੇ ਆ ਉਹ ਪੰਜਾਬ ਸਪੈਸੀਫਿਕ ਬਣਾਈਏ। ਦੈਟ ਵਿਲ ਮੇਕ ਮੋਰ ਸੈਂਸ। ਅਫਕੋਰਸ ਜੋ ਤੁਸੀਂ ਸਿੱਖਣਾ ਚਾਹੁੰਦੇ ਹੋ ਸਿੱਖੋ, ਬਟ ਸਿਰਫ ਦਿੱਲੀ ਮਾਡਲ ਨਹੀਂ, ਦੇਰ ਆਰ ਈਵਨ ਬੈਟਰ ਮਾਡਲਸ। ਮੈਂ ਗੱਲ ਕਰਾਂ ਜੇ ਲੈਟਸ ਸਪੋਜ਼ ਪੋਲੈਂਡ ਦੀ, ਵਿਚ ਇਜ਼ ਨੋਨ ਫॉर ਦੀ ਬੈਸਟ ਸਕੂਲਿੰਗ ਸਿਸਟਮ, ਅਸੀਂ ਉੱਥੋਂ ਕਿਉਂ ਨਹੀਂ ਸਿੱਖ ਸਕਦੇ? ਸਾਡੇ ਕਈ ਟੌਪ ਪ੍ਰਾਈਵੇਟ ਸਕੂਲ ਉੱਥੋਂ ਸਿੱਖ ਕੇ ਆਉਂਦੇ ਨੇ ਅਤੇ ਇੱਥੇ ਇੰਪਲੀਮੈਂਟ ਕਰਦੇ ਪਏ ਨੇ। ਪੰਜਾਬ 'ਚ ਮੈਂ ਇੱਕ ਦੋ ਬੜੇ ਫੇਮਸ ਸਕੂਲਾਂ ਨੂੰ ਜਾਣਦਾ ਜਿਨ੍ਹਾਂ ਦੇ ਜਿਹੜੇ ਪ੍ਰਮੋਟਰਸ ਨੇ ਜਾਂ ਡਾਇਰੈਕਟਰਸ ਨੇ ਉਹ ਪੋਲੈਂਡ ਦੇਖਦੇ ਨੇ, ਅਤੇ ਉਹਨਾਂ ਦੇ ਬੱਚਿਆਂ ਨੂੰ ਵੀ ਬੈਨੀਫਿਟ ਹੁੰਦਾ। ਟੀਚਰਸ ਦੀ ਟ੍ਰੇਨਿੰਗ ਕਿਵੇਂ ਹੋਣੀ ਚਾਹੀਦੀ ਹੈ, ਟੀਚਰਸ ਨੂੰ ਮੋਟੀਵੇਟ ਕਿਵੇਂ ਕਰਨਾ ਹੈ। ਸੋ ਆਲ ਦੀਸ ਕਾਈਂਡ ਆਫ ਥਿੰਗਸ ਬਹੁਤ ਜ਼ਰੂਰੀ ਨੇ ਅਤੇ ਆਪਾਂ ਮਲਟੀਪਲ ਮਾਡਲਸ ਨੂੰ ਸਿੱਖ ਕੇ ਅਤੇ ਆਪਣੇ ਲਈ ਇੰਪਲੀਮੈਂਟ ਕੀਤਾ ਜਾਵੇ ਅਤੇ ਦੈਟ ਵਿਲ ਗਿਵ ਅਸ ਬੈਟਰ ਰਿਜ਼ਲਟਸ। ਸਿਮਿਲਰਲੀ ਹੈਲਥ ਦੇ ਵਿੱਚ ਬਹੁਤ ਵਧੀਆ ਮਾਡਲ ਨੇ। ਵਟ ਆਰ ਦੀ ਬੈਸਟ ਜੇ ਆਪਾਂ ਜਿਹੜੀ ਪਬਲਿਕ ਮੈਡੀਸਿਨ ਹੈ, ਰਾਈਟ, ਜਿਹੜੀ ਸੋਸ਼ਲ ਮੈਡੀਸਿਨ ਹੈ, ਜਾਂ ਜਿਹੜੀ ਆਪਾਂ ਗੌਰਮੈਂਟ ਦੇ ਥਰੂ ਇਨਫਰਾਸਟਰਕਚਰ ਪ੍ਰੋਵਾਈਡ ਕਰਨਾ ਹੈਲਥ ਦਾ, ਉਹਦੇ ਬਾਰੇ ਵੀ ਜਿਹੜੇ ਦੁਨੀਆ ਦੇ ਬੈਸਟ ਮਾਡਲ ਨੇ ਉਹਨਾਂ ਤੋਂ ਸਿੱਖਿਆ ਜਾਵੇ। ਮੁਹੱਲਾ ਕਲੀਨਿਕ ਡੈਫੀਨੇਟਲੀ ਯੂ ਲਰਨ ਫਰੋਮ ਇਟ, ਬਟ ਵਟ ਐਲਸ ਯੂ ਕੈਨ ਲਰਨ। ਡੋਂਟ ਇਹ ਨਾ ਹੋਵੇ ਕਿ ਗੌਰਮੈਂਟ ਕਿ ਮੈਂ ਦਿੱਲੀ ਮਾਡਲ ਨੂੰ ਪ੍ਰਮੋਟ ਕਰਨਾ, ਉਸ ਚੱਕਰ 'ਚ ਆਪਾਂ ਆਪਣੇ ਬੈਸਟ ਲੈਸਨ ਨਾ ਲਈਏ। ਪ੍ਰਾਇਮਰੀ ਫੋਕਸ ਕੀ ਆ, ਇਹ ਕਲੀਅਰ ਹੋਣਾ ਚਾਹੀਦਾ। ਪ੍ਰਾਇਮਰੀ ਫੋਕਸ ਦਿੱਲੀ ਦਾ ਸਕਸੈਸ ਦਿਖਾਉਣਾ ਹੈ ਜਾਂ ਪੰਜਾਬ ਦੀ ਡਿਵੈਲਪਮੈਂਟ, ਤੇ ਆਪਾਂ ਬੈਸਟ ਸਿੱਖਣਾ ਕੀ ਹੈ ਉਹ ਆ। ਜੇ ਪ੍ਰਾਇਮਰੀ ਗੋਲ ਕਲੀਅਰ ਹੋਏਗਾ ਤੇ ਆਪਾਂ ਸਹੀ ਲੈਸਨ ਹੀ ਸਿੱਖ ਕੇ ਆਵਾਂਗੇ। ਇਹ ਸਿਰਫ ਇੱਕ ਇੰਪੋਰਟੈਂਟ ਮੈਸੇਜ ਹੈਗਾ ਇਹਦੇ 'ਚ। ਜੀ ਬਿਲਕੁਲ ਸਰ। ਨਵਜੋਤ ਸਿੰਘ ਸਿੱਧੂ ਕਾਂਗਰਸ ਪ੍ਰਧਾਨਗੀ ਦਾ ਇਸਤੀਫਾ ਦੇਣ ਤੋਂ ਬਾਅਦ ਕਾਫੀ ਲੋ ਸੀ, ਕੁਝ ਟਾਈਮ ਅੰਡਰਗਰਾਊਂਡ ਸੀਗੀ, ਹੁਣ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਭਾਵੇਂ ਉਹ ਪਾਰਟੀ ਨੇਤਾਵਾਂ ਨਾਲ ਮੁਲਾਕਾਤ ਹੋਵੇ ਜਾਂ ਮੁੱਦਿਆਂ ਨੂੰ ਚੱਕਣਾ ਹੋਵੇ ਜਾਂ ਰਾਜ ਦੇ ਵਿੱਚ ਵੱਖ-ਵੱਖ ਸਮਾਗਮ ਆਯੋਜਨ ਕਰਨਾ ਹੋਵੇ। ਹਾਲ ਦੇ ਵਿੱਚ ਉਹ ਪਾਵਰ ਕ੍ਰੰਚ ਨੂੰ ਲੈ ਕੇ ਧਰਨਾ ਕਰਨਗੇ ਅਤੇ ਰਾਜਾ ਵੜਿੰਗ ਦਾ ਕਹਿਣਾ ਵੀ ਉਹਨਾਂ ਨੂੰ ਇਸ ਧਰਨੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਦੇਖੋ, ਮੈਂ ਤੇ ਨਵਜੋਤ ਸਿੰਘ ਸਿੱਧੂ ਨੂੰ ਇਟਰਨਲ ਕਮਬੈਕ ਮੈਨ ਕਹਿੰਦਾ। ਉਹ ਹਰ ਵਾਰੀ ਆਪਣਾ ਪੋਲੀਟੀਕਲ ਕਮਬੈਕ ਕੀਤਾ ਉਹਨਾਂ ਨੇ, ਐਤਕੀ ਵੀ ਕਰਨਗੇ। ਅਤੇ ਉਹਦੇ ਲਈ ਉਹਨਾਂ ਨੇ ਇਹ ਫੋਕਸ ਬਣਾਇਆ। ਆਈ ਥਿੰਕ ਇਹ ਮੈਸੇਜ 'ਤੇ ਕੰਸਿਸਟੈਂਟਲੀ ਜਾ ਰਿਹਾ ਹੈ ਕਿ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਤੋਂ ਉਹਨਾਂ ਨੂੰ ਹਟਾਉਣ ਦੇ ਕਾਰਨ ਉਹ ਨਾਰਾਜ਼ ਨੇ। ਇਹ ਮੈਸੇਜ ਤੋਂ ਸਟਲ ਵੇ ਨਾਲ ਦੇ ਹੀ ਰਹੇ ਨੇ। ਠੀਕ ਹੈ, ਉਹ ਉੱਥੇ ਗਏ ਜਦੋਂ ਪ੍ਰਧਾਨ ਦੀ ਨਵੀਂ ਨੋਮੀਨੇਸ਼ਨ ਹੋਈ ਸੀ, ਜੋ ਕਾਂਗਰਸ ਭਵਨ 'ਚ ਈਵੈਂਟ ਹੋਇਆ, ਉੱਥੇ ਗਏ, ਪਰ ਉੱਥੇ ਸਟੇਜ 'ਤੇ ਨਹੀਂ ਗਏ। ਉੱਥੇ ਉਹਨਾਂ ਨੇ ਮੀਡੀਆ 'ਚ ਵੀ ਮੈਸੇਜ ਦੇ ਦਿੱਤਾ, ਕੰਗ੍ਰੈਚੁਲੇਸ਼ਨ ਵੀ ਕਰਤੀ, ਇੱਕ ਫਾਰਮੈਲਿਟੀ ਜੀ ਕਰਤੀ, ਬਟ ਹੀ ਇਜ਼ ਸ਼ੋਇੰਗ ਹਿਜ਼ ਡਿਸਪਲੇਜਰ। ਅਤੇ ਜਿਹੜੀ ਪੋਲੀਟਿਕਸ ਹੈ ਨਾ, ਉਹ ਇਹਨਾਂ ਸਿਗਨਲਿੰਗ ਤੋਂ ਚੱਲਦੀ ਹੈ। ਯੂ ਹੈਵ ਟੂ ਲੁੱਕ ਇਨ ਟੂ ਦੀ ਸਿਗਨਲ। ਸੋ ਹੀ ਇਜ਼ ਨਾਟ ਹੈਪੀ ਵਿਦ ਦੀ ਕਰੰਟ ਲੀਡਰਸ਼ਿਪ ਆਫ ਪੰਜਾਬ। ਅੱਜ ਇਹ ਅਲੱਗ-ਅਲੱਗ ਅਤੇ ਹੁਣ ਉਹ ਬੜੇ ਸਮਾਰਟਲੀ ਪਲੇ ਕਰਦੇ ਪਏ ਨੇ ਕਿ ਪਾਵਰ ਕਰੰਚ ਦੇ ਮੁੱਦੇ ਲਈ ਪੰਜਾਬ ਦੇ ਲੋਕਾਂ ਨਾਲ ਖੜੇ ਨੇ। ਹੁਣ ਉਹਨਾਂ ਦੀ ਜਿਹੜੀ ਹਾਈ ਕਮਾਨ ਹੈ ਜਾਂ ਉਹਨਾਂ ਦੇ ਜਿਹੜੇ ਬੌਸਿਸ ਨੇ, ਉਹ ਕਹਿ ਨਹੀਂ ਸਕਦੇ ਕਿ ਤੁਸੀਂ ਇਹ ਧਰਨਾ ਕਿਉਂ ਲਾਇਆ। ਉਹ ਗਲਤ ਪੈ ਜਾਣਗੇ ਕਿ ਉਹਨਾਂ ਨੇ ਕਹਿ ਦੇਣਾ ਕਿ ਤੁਸੀਂ ਸਾਨੂੰ ਪੰਜਾਬ ਦੇ ਲੋਕਾਂ ਨਾਲ ਨਹੀਂ ਖੜੇ ਹੋਣ ਦਿੰਦੇ ਪਏ। ਮੈਂ ਤਾਂ ਪੰਜਾਬ ਦੇ ਲੋਕਾਂ ਲਈ ਹਾਂ, ਮੈਂ ਤਾਂ ਪੋਲੀਟਿਕਸ 'ਚ ਆਇਆ ਹੀ ਇਸੇ ਲਈ ਹਾਂ। ਸੋ ਹੀ ਇਜ਼ ਪਲੇਇੰਗ ਇਟ ਵੈਰੀ ਸਮਾਰਟਲੀ ਐਂਡ ਸ਼ਾਰਪਲੀ। ਅਤੇ ਮੈਨੂੰ ਲੱਗਦਾ ਕਿ ਇਹ ਕਾਂਗਰਸ ਦੇ ਵਿੱਚ ਆਉਣ ਵਾਲੇ ਟਾਈਮ 'ਚ ਇੱਕ ਵੱਡਾ ਮੁੱਦਾ ਬਣ ਸਕਦਾ ਹੈ। ਮੇਰੀ ਇਹ ਪ੍ਰੈਡਿਕਸ਼ਨ ਹੈ ਕਿ ਜੇ ਇਹ ਜਿਹੜੇ ਡਿਫਰੈਂਸਿਸ ਨੇ ਵੱਧਦੇ ਰਹਿਣਗੇ, ਆਈ ਐਮ ਸ਼ੋਰ ਕਿ ਐਜ਼ ਰਾਜਾ ਵੜਿੰਗ ਐਜ਼ ਪ੍ਰਧਾਨ ਆਫ ਪੰਜਾਬ ਕਾਂਗਰਸ, ਹੀ ਵਿਲ ਕੁਐਸਚਨ ਹਿਮ ਕਿ ਵੀ ਤੁਸੀਂ ਕਾਂਗਰਸ ਦਾ ਨਾਮ ਲੈ ਕੇ ਐਜ਼ ਅ ਕਾਂਗਰਸ ਲੀਡਰ ਤੁਸੀਂ ਜੇ
ਧਰਨਾ ਦੇ ਰਹੇ ਹੋ, ਹੀ ਸ਼ੁੱਡ ਬੀ ਇਨਫੋਰਮਡ, ਉਹਦੀ ਪੂਰੀ ਪਾਰਟੀ ਲੈਵਲ ਤੇ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਤੇ ਇਹ ਆਉਣ ਵਾਲੇ ਟਾਈਮ 'ਚ ਕਾਂਗਰਸ ਦੇ ਵਿੱਚ ਜੋ ਆਲਰੇਡੀ ਇੰਨੇ ਫਿਸ਼ਰਸ ਨੇ, ਉਹ ਤੇ ਇਲੈਕਸ਼ਨ ਦੇ ਕਾਰਨ ਲਾਈਮਲਾਈਟ ਹੋ ਗਏ, ਉਹ ਖਤਮ ਨਹੀਂ ਹੋਏ ਜੀ। ਨੇਤਾਵਾਂ ਦੀ ਜੋ ਆਪਸ 'ਚ ਪਾਵਰ ਸਟਰਗਲ ਹੈ, ਇੱਕ ਦੂਜੇ ਤੋਂ ਈਰਖਾ ਹੈ, ਜਾਂ ਜਿਹੜਾ ਵੀ ਪਾਵਰ 'ਚ ਰਹਿਣਾ ਚਾਹੁੰਦਾ, ਜਾਂ ਪੰਜਾਬ ਕਾਂਗਰਸ ਨੂੰ ਕੰਟਰੋਲ ਕਰਨਾ ਚਾਹੁੰਦਾ ਹੈ, ਜਾਂ ਹਾਈ ਕਮਾਂਡ ਦੇ ਜ਼ਿਆਦਾ ਕਲੋਜ਼ ਹੋਣਾ ਚਾਹੁੰਦਾ ਹੈ, ਪੰਜਾਬ ਕਾਂਗਰਸ ਦੇ ਵਿੱਚ ਇਹ ਸਟਰਗਲ ਹਜੇ ਵੀ ਚੱਲਦੀ ਪਈ ਹੈ। ਅੱਜ ਉਹਦੇ ਬਾਰੇ ਗੱਲ ਇਸ ਕਰਕੇ ਘੱਟ ਹੋ ਰਹੀ ਹੈ ਕਿਉਂਕਿ ਹੁਣ ਇਲੈਕਸ਼ਨ ਵਾਲਾ ਜਿਹੜਾ ਹਾਈ ਵੋਲਟੇਜ ਡਰਾਮਾ ਸੀ ਨਾ, ਉਹ ਬੰਦ ਹੋ ਗਿਆ ਹੈ। ਬਟ ਇਟ ਇਜ਼ ਦੀ ਰੈਜ਼ੀਡੂਅਲ ਆਫ ਉਹੀ ਜੋ ਚੀਜ਼ਾਂ ਇਲੈਕਸ਼ਨ ਤੋਂ ਪਹਿਲਾਂ ਹੋ ਰਹੀਆਂ ਸੀ, ਪ੍ਰੈਕਟੀਕਲੀ ਉਹੀ ਹੋ ਰਿਹਾ। ਹੁਣ ਥੋੜਾ ਆਪਣੇ ਸਿੱਧੂ ਸਾਹਿਬ ਸਮਾਰਟਲੀ ਸਟਲ ਵੇ ਨਾਲ ਪ੍ਰੋ ਪੀਪਲ ਹੋ ਕੇ ਕਰ ਰਹੇ ਨੇ। ਪਹਿਲਾਂ ਉਹਨਾਂ ਦੀ ਜਿਹੜੀ ਸਾਰੀ ਵੀ ਜਿਹੜੀ ਸੀ ਡਿਸੈਂਟ ਸੀ, ਜਿਹੜਾ ਵੀ ਉਹ ਨਾ ਖੁਸ਼ੀ ਸੀ, ਉਹ ਤੋਂ ਇਹ 'ਚ ਲੱਗਦਾ ਸੀ ਕਿ ਉਹ ਆਪਣੇ ਇੰਟਰਸਟ ਵਿੱਚ ਇੰਟਰਸਟਿਡ ਨੇ। ਹੁਣ ਉਹਨਾਂ ਨੇ ਡਿਸੈਂਟ ਕਰਨ ਦਾ ਤਰੀਕਾ ਬਦਲ ਲਿਆ। ਹੁਣ ਉਹਨਾਂ ਦੀ ਡਿਸੈਂਟ ਇਸ ਤਰ੍ਹਾਂ ਲੱਗਦੀ ਹੈ ਕਿ ਉਹ ਜਨਤਾ ਲਈ ਕਰਦੇ ਪਏ ਨੇ, ਬਟ ਐਟ ਦੀ ਸੇਮ ਟਾਈਮ ਸਟਲ ਮੈਸੇਜ ਇਹ ਜਾ ਰਿਹਾ ਹੈ ਕਿ ਬਈ ਹਾਈ ਕਮਾਨ ਤੇ ਮੈਂ ਆਪਣੇ ਨੇਤਾਵਾਂ ਤੋਂ ਖੁਸ਼ ਨਹੀਂ ਹਾਂ, ਮੈਂ ਪੰਜਾਬ ਦੀ ਜਨਤਾ ਦੀ ਸੇਵਾ ਕਰਨੀ ਹੈ, ਜੇ ਤੁਸੀਂ ਨਹੀਂ ਕਰਨ ਦੋਗੇ ਮੈਂ ਆਪਣੇ ਤਰੀਕੇ ਨਾਲ ਕਰੂੰਗਾ। ਇਹ ਸਟਲ ਮੈਸੇਜ ਉਹਨਾਂ ਨੇ ਦੇ ਕੇ ਆਪਣੇ ਆਪ ਨੂੰ ਰੀਪੋਜੀਸ਼ਨ ਕਰਦੇ ਪਏ ਨੇ। ਸਰ, ਜਿਵੇਂ ਤੁਸੀਂ ਗੱਲ ਕੀਤੀ, ਇਹ ਧੜੇਬੰਦੀ ਹੈ ਜਿਹੜੀ ਕਾਂਗਰਸ ਸੂਬਾ ਦੇ ਵਿੱਚ, ਕੋਈ ਨਵੀਂ ਗੱਲ ਨਹੀਂ ਹੈ, ਬਹੁਤ ਦਹਾਕਿਆਂ ਤੋਂ ਚੱਲਿਆ ਆ ਰਿਹਾ ਹੈ। ਚਾਹੇ ਉਹ ਰਾਜਾ ਵੜਿੰਗ ਦੀ ਮੀਟਿੰਗ ਹੋਵੇ ਜਾਂ ਨਵਜੋਤ ਸਿੰਘ ਸਿੱਧੂ ਦੀ ਮੀਟਿੰਗ ਹੋਵੇ, ਇਹ ਜਿਹੜਾ ਕੋਲਡ ਵਾਰ ਹੈ ਇਹ ਕਾਫੀ ਐਵੀਡੈਂਟ ਹੈ। ਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਸੱਤੇ ਤੋਂ ਬਾਹਰ ਹੋਏ ਕਾਟੋ ਕਲੇਸ਼ ਕਰਕੇ। ਸੋ ਹਾਲ ਦੀ ਘੜੀ ਕੀ ਲੱਗਦਾ ਹੈ ਵੀ ਪਾਰਟੀ ਦੇ ਹਿੱਤ ਲਈ ਵੀ ਤੇ ਪੰਜਾਬ ਦੇ ਹਿੱਤ ਲਈ ਵੀ ਇਹਨਾਂ ਚੀਜ਼ਾਂ ਤੋਂ, ਇੰਟਰਨਲ ਡਿਫਰੈਂਸਿਸ ਤੋਂ ਬਾਹਰ ਨਿਕਲਣ ਦੀ ਕਿੰਨੀ ਕੁ ਲੋੜ ਆ? ਸੋ ਦੇਖੋ, ਪੰਜਾਬ ਦੇ ਹਿੱਤ ਲਈ ਤੇ ਕਾਂਗਰਸ ਦਾ ਹਿੱਤ ਕੀ ਸੇਮ ਨੇ? ਆ ਦੋਨੋਂ। ਜੇ ਕਾਂਗਰਸ ਨੂੰ ਸਟਰੋਂਗ ਕਰਨਾ ਹੈ, ਧੜੇਬਾਜ਼ੀ ਤੇ ਰੋਕਣੀ ਪਏਗੀ, ਇੱਕ ਸਟਰੋਂਗ ਲੀਡਰਸ਼ਿਪ ਦਿਖਾਣੀ ਪਏਗੀ। ਜਿਹੜਾ ਵੀ ਲੀਡਰ ਅਪੁਆਇੰਟ ਹੋਇਆ ਉਹਦੇ ਪਿੱਛੇ ਸਾਰਿਆਂ ਨੂੰ ਲੱਗਣਾ ਪਏਗਾ, ਪਰ ਹਜੇ ਉਹ ਲੱਗਦਾ ਨਹੀਂ ਪਿਆ ਕਿ ਦੈਟ ਇਜ਼ ਹੈਪਨਿੰਗ। ਹਜੇ ਇਸ ਤਰ੍ਹਾਂ ਨਹੀਂ ਨਜ਼ਰ ਆ ਰਿਹਾ ਕਿ ਸਾਰੇ ਦੇ ਸਾਰੇ ਨੇਤਾ, ਹੁਣ ਜਿਹੜੇ ਲੋਕੀ ਉਦੋਂ ਮੈਂ ਜਿਹੜੀ ਉਹਨਾਂ ਦੀ ਸੈਰੇਮਨੀ ਸੀ, ਜਦੋਂ ਉਹਨਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ, ਜਿਹੜੀ ਕਾਂਗਰਸ ਭਵਨ 'ਚ ਸੈਰੇਮਨੀ ਹੋਈ, ਜਿਹੜੇ ਕੁਝ ਨੇਤਾ ਜਿਹੜੇ ਨਵਜੋਤ ਸਿੰਘ ਸਿੱਧੂ ਨਾਲ ਨੇ ਉਹਨਾਂ ਨਾਲ ਹੀ ਆਏ ਤੇ ਉਹਨਾਂ ਨਾਲ ਹੀ ਚਲੇ ਗਏ। ਤੇ ਇਹਦਾ ਮਤਲਬ ਗਰੁੱਪਿਜ਼ਮ ਤੇ ਹੈਗੀ ਆ ਤੇ ਇਹ ਕਾਂਗਰਸ ਦੇ ਲਈ ਜ਼ਿਆਦਾ ਬੈਨੀਫੀਸ਼ੀਅਲ ਨਹੀਂ ਹੈ। ਪਰ ਮੈਂ ਇਹਨੂੰ ਪੰਜਾਬ ਦੇ ਹਿੱਤ ਲਈ, ਪੰਜਾਬ ਲਈ ਕਿੰਨਾ ਚੰਗਾ ਮਾੜਾ, ਇੱਕ ਇੰਪੋਰਟੈਂਟ ਪਾਰਟੀ ਹੈ, ਅੱਗੇ ਕਿੰਨੀ ਰੈਲੇਵੈਂਟ ਰਹੇਗੀ, ਟਾਈਮ ਵਿਲ ਟੈਲ। ਜੇ ਸਾਡੇ ਸਾਰੇ ਨੇਤਾ ਮਿਲ ਕੇ ਮਾਫੀਆ ਰਾਜ ਦੇ ਖਿਲਾਫ ਲੜਨ, ਕਰਪਸ਼ਨ ਦੇ ਖਿਲਾਫ ਲੜਨ, ਤਾਂ ਤੇ ਉਹ ਪੰਜਾਬ ਦੇ ਹਿੱਤ 'ਚ ਹੈ। ਪਰ ਪਿਛਲੀਆਂ ਸਰਕਾਰਾਂ ਤੇ ਉਹਨਾਂ ਦੇ ਲੋਕਾਂ ਨੇ ਇਲਜ਼ਾਮ ਲਾਏ ਤੇ ਵਿੱਚ ਕਾਈਂਡ ਆਫ ਕੀ ਲੱਗਦਾ ਹੀ ਹੈ ਕਿ ਸੱਚ ਹੀ ਹੋਣਗੇ। ਹਜੇ ਕੋਈ ਪ੍ਰੂਫ ਨਹੀਂ ਹੈ, ਕੋਰਟ 'ਚ ਕੇਸ ਚੱਲਣੇ ਚਾਹੀਦੇ ਆ, ਉਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਬਟ ਦਾ ਪੁਆਇੰਟ ਇਸ ਕਿ ਜਿਹੜੇ ਨੇਤਾ ਮਾਫੀਆ ਰਾਜ, ਲਿਕਰ ਮਾਫੀਆ ਵਿੱਚ ਸਨ, ਜਿਹੜੇ ਲੋਕੀ ਸੈਂਡ ਮਾਫੀਆ 'ਚ ਸਨ, ਜਿਹੜੇ ਇੰਨੇ ਕਰਪਟ ਕੇਸਿਸ 'ਚ ਇਨਵੋਲਵ ਸਨ, ਜਿਹੜਾ ਭਾਵੇਂ ਨਸ਼ੇ ਦੀ ਤਸਕਰੀ ਹੋਵੇ, ਲਾਅ ਐਂਡ ਆਰਡਰ ਦੀ ਪ੍ਰੋਬਲਮ ਹੋਵੇ, ਉਹਨਾਂ ਨੇਤਾਵਾਂ ਦਾ ਇਕੱਠਾ ਹੋਣਾ ਮੈਨੂੰ ਤਾਂ ਲੱਗਦਾ ਜ਼ਿਆਦਾ ਨੁਕਸਾਨਦਾਇਕ ਨਾ ਹੋ ਜਾਏ, ਉਹ ਭਾਵੇਂ ਕਿਸੇ ਵੀ ਪਾਰਟੀ ਦੇ ਹੋਣ। ਤੇ ਮੈਨੂੰ ਇਹ ਲੱਗਦਾ ਕਿ ਸਾਨੂੰ ਉਹਨਾਂ ਨੇਤਾਵਾਂ ਦੀ ਲੋੜ ਹੈ ਜਿਨ੍ਹਾਂ ਦੇ ਉੱਤੇ ਕਰਪਸ਼ਨ ਚਾਰਜਸ ਨਾ ਹੋਣ, ਜਿਹੜੇ ਪ੍ਰੋ ਪੰਜਾਬ ਹੋਣ, ਜਿਨ੍ਹਾਂ ਦੀ ਵਿਜ਼ਨ ਹੋਵੇ। ਪ੍ਰੋ ਪੰਜਾਬ ਦੇ ਨਾਮ ਤੇ ਸਿਰਫ ਵਰਚੂ ਸਿਗਨਲ ਨਾ ਕਰਦੇ ਰਹਿਣ ਕਿ ਬਈ ਸਾਰਾ ਪੰਜਾਬ ਨੂੰ ਸਾਰਾ ਕੁਝ ਦੇ ਦਿਓ ਤੇ ਪੰਜਾਬ ਬਹੁਤ ਹੀ ਵਧੀਆ ਹੈ। ਇਹ ਸਿਰਫ ਗੱਲਾਂ ਨਾਲ ਨਹੀਂ ਹੁੰਦਾ। ਪ੍ਰੈਕਟੀਕਲੀ ਇੱਥੇ ਬਿਜ਼ਨਸ ਕਿਵੇਂ ਡਿਵੈਲਪ ਹੋਏਗਾ, ਇੱਥੇ ਸੈਂਸ ਆਫ ਫੇਅਰਨੈਸ ਕਿਵੇਂ ਆਏਗੀ, ਸਾਡੀਆਂ ਜ਼ਮੀਨਾਂ ਕਿਵੇਂ ਹੈਲਦੀ ਹੋਣਗੀਆਂ, ਸਾਡੀ ਪ੍ਰੋਡਕਟੀਵਿਟੀ ਕਿਵੇਂ ਵਧੇਗੀ, ਸਾਡੇ ਬੱਚਿਆਂ ਨੂੰ ਬੈਸਟ ਪੜ੍ਹਾਈ ਕਿਵੇਂ ਮਿਲੇਗੀ। ਤੇ ਲੋਕਾਂ ਨੂੰ ਵੀ ਕਹਿਣ ਕਿ ਬਈ ਤੁਹਾਨੂੰ ਵੀ ਐਫਰਟ ਕਰਨਾ ਪਏਗਾ ਤੇ ਸੈਕਰੀਫਾਈਸ ਦੇਣੇ ਪੈਣਗੇ। ਸਿਰਫ ਪੰਜਾਬੀਆਂ ਦੀਆਂ ਤਾਰੀਫਾਂ ਨਾ ਕਰਦੇ ਰਹਿਣ। ਪੰਜਾਬ ਦੇ ਲੋਕਾਂ ਨੂੰ ਵੀ ਕਹਿਣ ਕਿ ਤੁਸੀਂ ਵੀ ਸੈਕਰੀਫਾਈਸ ਕਰੋ, ਐਕਸਟਰਾ ਮਿਹਨਤੀ ਬਣੋ, ਬੱਚਿਆਂ ਨੂੰ ਕਲਾਸਾਂ 'ਚ ਵਾਪਸ ਭੇਜਣ। ਆਪਾਂ ਉਦੋਂ ਵੀ ਗੱਲ ਕੀਤੀ, ਅੱਜ ਪਿੰਡਾਂ 'ਚ ਬਰਗਦ ਦੇ ਪੇੜ ਦੇ ਥੱਲੇ ਜਵਾਨ ਬੈਠ ਗਏ ਨੇ। ਪਹਿਲਾਂ ਉੱਥੇ ਸਿਰਫ ਬਜ਼ੁਰਗਾਂ ਦਾ ਕੰਮ ਹੁੰਦਾ ਸੀ, ਉਹਨਾਂ ਨੇ ਆਪਣੀ ਲਾਈਫ ਕੱਢ ਲਈ, ਉਹਨਾਂ ਨੇ ਆਪਣੇ ਗੋਲਸ ਅਚੀਵ ਕਰ ਲਏ, ਆਪਣੀਆਂ ਫੈਮਲੀਆਂ ਸੈਟਲ ਕਰਤੀਆਂ, ਉਹ ਫ੍ਰੀ ਹੋ ਕੇ ਆਪਸ ਦੋਸਤ ਗੱਲਾਂ ਮਾਰਦੇ ਸੀ ਪੇੜ ਦੇ ਥੱਲੇ। ਅੱਜ ਤੁਸੀਂ ਕਿਸੇ ਪਿੰਡ 'ਚ ਚੱਲ ਜਾਓ, ਉੱਥੇ ਯੂਥ ਬੈਠਾ ਹੈ, ਨਸ਼ੇ 'ਚ ਇਨਵੋਲਵਡ ਹੈ। ਦੈਟ ਇਜ਼ ਨਾਟ ਅ ਗੁੱਡ ਸਾਈਨ। ਤੇ ਸਾਨੂੰ ਉਹ ਜਿਹੇ ਨੇਤਾ ਚਾਹੀਦੇ ਨੇ ਜਿਨ੍ਹਾਂ ਦੀ ਪੰਜਾਬ ਦੇ ਲਈ ਕੋਈ ਵਿਜ਼ਨ ਹੋਵੇ ਤੇ ਉਹ ਆਪ ਵੀ ਸੈਕਰੀਫਾਈਸ ਦੇਣ ਲਈ ਤਿਆਰ ਹੋਣ, ਤੇ ਅਸੀਂ ਪੰਜਾਬੀਆਂ ਨੂੰ ਵੀ ਸੈਕਰੀਫਾਈਸ ਦੇਣ ਲਈ ਤਿਆਰ ਹੋਣਾ ਪਏਗਾ ਉਹਦੇ ਲਈ। ਸਰ, ਵੀਟ ਪ੍ਰੋਕਿਊਰਮੈਂਟ ਦੀ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਸਰਕਾਰੀ ਕਣਕ ਦੀ ਖਰੀਦ 15 ਸਾਲ ਦੇ ਹੇਠਲੇ ਪੱਧਰ ਤੇ ਪਹੁੰਚੀ। 2007 ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ ਇਹ ਨਿੱਜੀ ਖਰੀਦ 5 ਲੱਖ ਟਨ ਪਾਰ ਕਰਨ ਦੀ ਸੰਭਾਵਨਾ ਰੱਖਦੀ ਹੈ। ਦੇਖੋ, ਕਣਕ ਉਨੀ ਆ ਹੁਣ, ਜੇ ਕਿਸੇ ਕਿਸਾਨ ਨੂੰ, ਇਸੇ ਕਰਕੇ ਨਾ ਮੈਂ ਉਹ ਵੀ ਕਹਿੰਦਾ ਸੀ ਕਿ ਇਹ ਬਲਾਈਂਡਲੀ ਨਹੀਂ ਕਿ ਪ੍ਰਾਈਵੇਟ ਪਲੇਅਰ ਆ ਨਹੀਂ ਸਕਦੇ। ਅੱਜ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਪ੍ਰਾਈਵੇਟ ਪਲੇਅਰ ਨੂੰ ਦੇਣ 'ਚ, ਕਿਉਂਕਿ ਇੰਟਰਨੈਸ਼ਨਲ ਮਾਰਕੀਟ 'ਚ ਕਣਕ ਦਾ ਰੇਟ ਵੱਧ ਗਿਆ। ਤੇ ਮੈਨੂੰ ਦੱਸੋ ਕਿ ਫਿਰ FCI ਨੂੰ MSP ਤੇ ਕਿਉਂ ਦੇਣੀ?
ਜੇ ਵੱਧ ਰੇਟ ਮਿਲ ਸਕਦਾ ਕਿਉਂ ਨਹੀਂ ਦੇਣੀ? ਜਿੱਥੇ ਤੁਹਾਨੂੰ ਸਹੂਲੀਅਤ ਮਿਲਦੀ ਹੈ, ਜਿੱਥੇ ਤੁਹਾਡੀ ਵੇਇੰਗ ਜ਼ਿਆਦਾ ਐਕੂਰੇਟ ਹੁੰਦੀ ਹੈ, ਟਾਈਮਲੀ ਤੁਹਾਨੂੰ ਪੈਸਾ ਮਿਲਦਾ, ਕਿਸੇ ਨੂੰ ਪੈਸਾ ਦੇਣਾ ਨਹੀਂ ਪੈਂਦਾ, ਤੁਸੀਂ ਕਿਉਂ ਨਹੀਂ ਕਰੋਗੇ? ਤੇ ਮੈਨੂੰ ਇਹ ਲੱਗਦਾ ਹੈ ਕਿ ਅਗੇਨ ਕਿਸਾਨ ਨੇਤਾ ਤੇ ਆਗੂਆਂ ਨੂੰ, ਸਾਡੇ ਪੋਲੀਟੀਸ਼ੀਅਨਸ ਨੂੰ ਇਹ ਸਮਝਣਾ ਪਏਗਾ ਕਿ ਪ੍ਰਾਈਵੇਟ ਪਾਰਟਿਸਿਪੇਸ਼ਨ ਐਫੀਸ਼ੀਐਂਸੀ ਲਿਆਏਗੀ ਤੇ ਕਿਸਾਨਾਂ ਦਾ ਫਾਇਦਾ ਕਰਾਏਗੀ, ਰਾਈਟ? ਤੇ ਜਿਹੜੇ ਸਾਡੇ ਲਾਅ ਆਲਰੇਡੀ ਐਗਜ਼ਿਸਟਿੰਗ ਨੇ ਤੇ ਕੁਝ ਨਵੇਂ ਫਾਰਮ ਲਾਅਸ ਬਣਾਏ ਜਾਣ ਓਪਨ ਮਾਈਂਡ ਦੇ ਨਾਲ, ਜਿਹੜੇ ਸਾਰਿਆਂ ਦੇ ਇੰਟਰਸਟ ਪ੍ਰੋਟੈਕਟ ਕਰਨ ਜੀ। ਜੇ ਕੋਈ ਇਹ ਕਹੇਗਾ ਕਿ ਬਈ ਸਿਰਫ ਇੱਕੋ ਪਾਰਟੀ ਦੇ ਇੰਟਰਸਟ ਪ੍ਰੋਟੈਕਟ ਕਰਨੇ, ਦੂਜੇ ਦੇ ਇੰਟਰਸਟ ਦਾ ਨਹੀਂ, ਫਿਰ ਉਹ ਕੰਮ ਹੋਏਗਾ ਨਹੀਂ। ਤੇ ਇਟ ਸ਼ੁੱਡ ਬੀ ਫੇਅਰ ਟੂ ਐਵਰੀਵਨ। ਇਸ ਤਰ੍ਹਾਂ ਇਸ ਕਰਕੇ ਸਰਕਾਰੀ ਖਰੀਦ ਇਸ ਕਰਕੇ ਘੱਟ ਹੈ ਕਿਉਂਕਿ ਕਿਸਾਨ ਨੂੰ ਇਹ ਲੱਗਦਾ ਪਿਆ ਕਿ ਦੇ ਕੈਨ ਗੈਟ ਅ ਬੈਟਰ ਵੈਲਿਊ ਆਊਟਸਾਈਡ। ਆਪਾਂ ਕਿਸਾਨਾਂ ਨਾਲ ਗੱਲ ਕੀਤੀ ਸੀ, ਉਹ ਕਹਿੰਦੇ ਸੀ ਜੀ ਇੱਕੋ ਵਾਰੀ 'ਚ ਸਾਰਾ ਵੇ ਹੋ ਜਾਂਦਾ ਹੈ। ਉੱਥੇ ਹਰ 1 ਕੁਇੰਟਲ ਦੀ ਬੋਰੀ ਪਿੱਛੇ ਜਦੋਂ ਮੰਡੀਆਂ 'ਚ ਕਰਦੇ ਨੇ, ਸਰਕਾਰੀ ਮੰਡੀਆਂ 'ਚ 4-5 ਕਿਲੋ ਦਾ ਨੁਕਸਾਨ ਹੁੰਦਾ, ਕਿਉਂ ਚੁੱਕੇ ਕਿਸਾਨ ਉਹ ਨੁਕਸਾਨ? ਜਸਟ ਬਿਕੋਜ਼ ਕਿ ਤੁਹਾਨੂੰ ਕੁਝ ਨੇਤਾ ਕਹਿ ਰਹੇ ਨੇ, ਤੁਹਾਡੇ ਨੇਤਾ ਕਹਿ ਰਹੇ ਨੇ ਕਿ ਵੀ ਨਹੀਂ ਆਪਾਂ ਸਰਕਾਰੀ ਮੰਡੀਆਂ ਹੁੰਦੇ ਨਹੀਂ ਆ, ਕਿਉਂਕਿ ਉਹਨਾਂ ਦਾ ਉਹਦੇ 'ਚ ਇੰਟਰਸਟ ਹੈ ਕਿ ਕਿਸਾਨ ਉਹਨਾਂ ਦੇ ਪਿੱਛੇ ਲੱਗੇ ਰਹਿਣ। ਕਿਸਾਨ ਕੋਲ ਆਪਸ਼ਨ ਹੋਣੀ ਚਾਹੀਦੀ, ਕਿਸਾਨ ਕੋਲ ਚੋਇਸ ਹੋਣੀ ਚਾਹੀਦੀ ਹੈ। ਤੇ ਫਿਰ ਉਸ ਤੋਂ ਬਾਅਦ ਜਿਹੜੇ ਸਾਈਲੋਜ਼ ਨੇ, ਜਿਹੜਾ ਸਟੋਰੇਜ ਸਿਸਟਮ ਹੈ, ਦੇਸ਼ ਦੀ ਸਿਕਿਉਰਿਟੀ ਲਈ ਉਹ ਵੀ ਜ਼ਰੂਰੀ ਹੈ ਜੀ। ਜੇ ਬਾਹਰ ਕਣਕਾਂ ਪਈਆਂ, ਆਪਾਂ ਇੰਨੀ ਵਾਰੀ ਹਰ ਸੀਜ਼ਨ 'ਚ ਅਖਬਾਰ 'ਚ ਆਉਂਦਾ ਜੀ ਇੰਨੇ ਹਜ਼ਾਰ ਬੋਰੀਆਂ ਬਾਹਰ ਪਈਆਂ, ਉਹਨਾਂ ਤੇ ਮੀਂਹ ਡਿੱਗ ਪਿਆ। ਅੱਜ ਆਪਾਂ ਸਰਪਲਸ ਹੈਗੇ, ਇਸ ਕਰਕੇ ਆਪਾਂ ਪਰਵਾਹ ਨਹੀਂ ਕਰਦੇ ਪਏ। ਜਦਕਿ ਇੱਕ ਕਣ ਅੱਜ ਯੂਰਪ ਦੇ ਵਿੱਚ ਪ੍ਰੋਬਲਮ ਹੈ, ਯੂਕਰੇਨ ਰਸ਼ੀਆ ਕ੍ਰਾਈਸਿਸ ਦੇ ਕਾਰਨ ਕਿੰਨੇ ਲੋਕੀ ਭੁੱਖੇ ਮਰਦੇ ਪਏ ਆ। ਆਪਾਂ ਉਹਨਾਂ ਨੂੰ ਡੋਨੇਟ ਹੀ ਕਰ ਦਈਏ। ਇੰਡੀਆ ਨੇ ਹਮੇਸ਼ਾ ਦੁਨੀਆ ਦੀ ਹੈਲਪ ਕੀਤੀ ਹੈ, ਪਰ ਸਾਡੇ ਕੋਲ ਸਰਪਲਸ ਹੋਏਗਾ ਤੇ ਕਿਸੇ ਦੀ ਹੈਲਪ ਕਰ ਪਾਵਾਂਗੇ, ਉਹਦਾ ਫਿਊਚਰ 'ਚ ਸਾਨੂੰ ਬੈਨੀਫਿਟ ਵੀ ਹੈ। ਸਾਡੀ ਗਲੋਬਲ ਵਿਲ ਪਾਵਰ ਜਿਹੜੀ ਹੈਗੀ ਆ, ਗੁੱਡਵਿਲ ਵਧੇਗੀ, ਗਲੋਬਲੀ ਸਾਡਾ ਇੱਕ ਲੈਵਲ ਰਾਈਜ਼ ਹੋਏਗਾ, ਸਾਨੂੰ ਇੱਕ ਬੈਟਰ ਐਕਸੈਸ ਮਿਲੇਗਾ, ਲੋਕੀ ਸਾਨੂੰ ਸਪੋਰਟ ਕਰਨਗੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਹੋलिस्टिक तरीके ਨਾਲ सोचने की लोड़ है इस वेले। सर अगले सेगमेंट की तरफ चलते हैं जिसमें हम देश विदेश की ज़रूरी खबरों के बारे में विश्लेषण करेंगे। गवर्नमेंट इन लोक सभा सेड कि देयर हैज़ बीन फेक नॉर्मलसी इन जम्मू एंड कश्मीर सिंस इंडिपेंडेंस बिकॉज ऑफ स्पेशल स्टेटस ऑफ जम्मू एंड कश्मीर एंड आफ्टर द एब्रोगेशन ऑफ आर्टिकल 370 रियल नॉर्मलसी एग्जिस्ट। सो व्हाट डू यू थिंक अबाउट द सेम? देखो, इस स्टेटमेंट में कहीं ना कहीं तो सच्चाई है। जब आप एक ही कंट्री में 2 रूल लगाएंगे और सर्टन स्पेशल पावर्स देंगे जो टेम्परेरी प्रोविजंस थी, क्योंकि उसके अंदर वहाँ के लोकल नेताओं और हमारे यहाँ के भी जो गवर्नमेंट थी या उनके नेता थे, उनके लिए उसमें उन्होंने इनकम सोर्सेज ढूंढ लिए थे। उसमें करप्शन उस सिस्टम में बहुत आ गई थी, उसमें उस गवर्नमेंट की अकाउंटेबिलिटी खत्म हो गई थी। फिर वहाँ पे जो लॉज, देखो पिछले 70-75 सालों में कोई भी गवर्नमेंट आई हो, हमारे देश में लॉज आए हैं जिसने लोगों को एम्पावर किया है, वो लॉज वहां पे इंप्लीमेंट ही नहीं हो पाते थे। फिर जब आप पहले से ही किसी को बता रहे हो कि आप अलग हो, तो इंटीग्रेशन का गोल आप कैसे अचीव करोगे? जब आप बोल रहे हो जी यहाँ पे कॉन्स्टिट्यूशन अलग है, यहाँ पे रूल्स अलग हैं, दूसरे पार्ट्स ऑफ द कंट्री वहां पे आ ही नहीं सकते या इन्वेस्टमेंट सर्टन नॉर्म्स नहीं कर सकते, तो आप कैसे इंटीग्रेशन करोगे? सो इट वॉज वेरी डिफिकल्ट टू इम्प्लीमेंट जो प्रोग्रेसिव रूल्स, चाहे कांग्रेस टाइम में आए हो चाहे बीजेपी गवर्नमेंट में आए हो, उनको इम्प्लीमेंट करना बहुत मुश्किल हो रहा था धारा 370 के कारण। आज वो धारा हटी है तो डेफिनेटली देखो उसके कुछ इम्पैक्ट आएंगे, क्योंकि पॉलिटिकल इंटरेस्ट बन गए थे कुछ पार्टियों के कि ये धारा 370 रहे, उन्होंने तो रिवोल्ट करना ही था। आज अगर हम पार्लियामेंट में जो सीतारमन जी ने जो हमारी फाइनेंस मिनिस्टर जो डाटा दिया है, ऑन एवरी यार्डस्टिक थिंग्स हैव इम्प्रूव्ड। मैं अगर इनकर्शंस की बात करूं, अगर मैं पत्थरबाजी की बात, जो पथराव होता था, या मैं जो बेसिकली टूरिस्ट डाटा की बात करूं, पिछले 3 महीने में 50 लाख से ऊपर टूरिस्ट आए हैं, विच इज़ हाईएस्ट। तो हर डायरेक्शन में पॉजिटिव तो चीज़ें हो रही हैं, अब इसको टाइम देने की ज़रूरत है। थोड़े दिन पहले कल ही इनफैक्ट प्रधानमंत्री मोदी ने वहाँ पे पंचायती राज पे इवेंट किया, जम्मू में किया। हालांकि ही वॉज टॉकिंग टू कश्मीरी यूथ कि भाई आपने जो चैलेंजेस फेस किए हैं आपकी पहली जनरेशन ने, आप नहीं करोगे। सो ये कॉल है इंटीग्रेशन की सबकी। वहाँ पे जब आपने उसको आइसोलेट कर दिया, वो समहाउ, वो पहले एक था जियोपॉलिटिकल इशू, वो बाद में कम्युनल इशू बन गया, वो रिलीजियस इशू बन गया, वो हिंदू मुस्लिम इशू बन गया। उसको वो बनने इसलिए दिया गया क्योंकि उसको आइसोलेशन पे, उसके ऊपर हम पर्दा डाल के बैठ गए। पूरे इंडिया को बस ये खबरें आती थी इतने लोग मर गए और यहाँ ये इंसिडेंट हो गया, उसके अलावा कोई खबर हमारे तक नहीं पहुँचती थी। वहाँ की ग्राउंड रियलिटीज़ क्या हैं, वहाँ पे हमारी पार्टिसिपेशन मिनिमम थी एज अ कंट्री और एज अ होल। आज वो पार्टिसिपेशन बढ़ रही है, तो धीरे धीरे इंटीग्रेशन भी होगी। तो ये, और अल्टीमेटली हमारी पार्लियामेंट में जो भी रेजोल्यूशन आता है वो गवर्नमेंट हर गवर्नमेंट का दायित्व है उसको पूरा करना। अब रेजोल्यूशन का एक पार्ट भी है कि पाकिस्तान ऑक्युपाइड कश्मीर को भी जोड़ना जी। आज हम उस स्टेज पे पहुंचे कि जहां पे हम उसके बारे में सोच सकते हैं। मैं अगर मैं 3-4 चीजें बोलूं तो
हमारी गवर्नमेंट को ये अलाउ करना चाहिए कि पीओके के भी जो सिटीजन है वो भी अपने केसेस कश्मीर हाई कोर्ट में दाखिल कर पाए। वहां पे एब्सेंटिज्म में डीसी और सारे गवर्नमेंट ऑफिसर्स अपॉइंट कर देने चाहिए जो वहां का प्रोसेस देखें। वी शुड ऑल्सो सेंड अ मैसेज। आज खैर बड़ी देर के बाद कुछ हो तो रहा है, पर अनफॉर्चुनेटली काफी देर से जो भी देश दुनिया में पावरफुल हुए हैं या जिन्होंने अपनी सुरक्षा अच्छी रखी है, उन्होंने अपना नैरेटिव दुनिया को बताया कि व्हाट दे स्टैंड फॉर। आज इंडिया को भी अपना नैरेटिव और अपनी साइड ऑफ द स्टोरी बताने की जरूरत है। क्यों ऐसा होता है कि दुश्मन देश के एजेंसीज हमारे लोगों को हमारे खिलाफ कर पाती हैं? क्योंकि वो एक स्टोरी बता रही है, उनको एक नैरेटिव बता रही है, और हम कोई काउंटर नैरेटिव नहीं देते, क्योंकि हम अपोलोजेटिक हो जाते हैं कि उसको इस तरह से पिच किया जाता है कि ये मेजॉरिटेरिज्म नैरेटिव है। एक्चुअली ये इंटीग्रेशन का नैरेटिव है कि हम सबको इकट्ठे रहना है। तो हमारी गवर्नमेंट को भी काउंटर नैरेटिव सेट करने पड़ेंगे, तभी ये जो पाकिस्तान ने जो प्रॉक्सी वॉर हमारे खिलाफ छेड़ रखी है और जो उसको चाइना को सपोर्ट है, हम तभी इसमें फाइट कर पाएंगे अगर हमें भी अग्रेसिव होना पड़ेगा। मैं ये नहीं कहता कि आप कल वहां पे अटैक कर दो, राइट? आपको भी स्ट्रेटेजिकली खेलना पड़ेगा, आपको भी वहां पे नैरेटिव सेट करने पड़ेंगे। आज आप दिखा सकते हो कि क्वालिटी ऑफ लाइफ में क्या डिफरेंस है। पीओके के लोग वहां पे पाकिस्तान जितना अत्याचार करता है आप इमेजिन नहीं कर सकते। वो चीजों को हाईलाइट करने की जरूरत है इंडियन गवर्नमेंट को। वहां पे अगर आप पीओके को मानते हो कि इंडिया का पार्ट है, पाकिस्तान ऑक्युपाइड कश्मीर उसको बोलते हैं, और उसको इंडिया हम अपने मैप में दिखाते हैं, तो वहां पे डी फैक्टो एडमिनिस्ट्रेशन आप डालो, एब्सेंटिज्म में डालो, राइट? वहां के लोगों को अलाउ करो कि वो यहां पे कोर्ट केस कर पाए, यहां पे बिजनेस कर पाए। यू मेक इट डिफिकल्ट फॉर उनको कंपैरिजन पता तो चले। आप मुश्किल करिए पाकिस्तान के लिए उसको होल्ड कर पाना। तो अल्टीमेटली जो भी रेजोल्यूशन हमारी रेजोल्यूशन पार्लियामेंट में पास हुआ है कि पीओके को इंडिया का पार्ट बनाना है, तो वो तभी हो पाएगा ना जब हम उस पर एक्शन करेंगे। तो मेरे को लगता है धारा 370 एक पहला एक्शन था। हमारे एक बड़े सीनियर अपने एयरफोर्स के एक बहुत सीनियर ऑफिसर ने भी ये बोला था कि सूनर और लेटर पीओके विल बिकम पार्ट ऑफ इंडिया, बट फॉर दैट right kind of strategies have to be built. It cannot always be you go into a war. That could be a dangerous situation. We are both nuclear powered. But हम strategically narrative तो बनाना शुरू करें, हम अपना व्यू पॉइंट सारे ग्लोबल फोरम्स में रखना तो शुरू करें। अभी तक तो नैरेटिव ये बना हुआ था कि कश्मीर में कश्मीर को आजाद किया जाए। आज वो नैरेटिव तो बंद हो रहा है। आज नैरेटिव ये जा रहा है कि इंडिया के साथ इंटीग्रेट और इंडिया के पार्ट बनना। और यूथ भी देखो, यूथ को भी अच्छा फ्यूचर चाहिए। जब 30 साल में आप उनको उस डायरेक्शन में ले जाओगे कि जहां पे वो स्कूल नहीं जाते, हर हफ्ते वहां पे कभी भी बंद लग जाते हैं कॉल, हुर्रियत पार्टी जब बोलती थी पूरा कश्मीर बंद कर देती थी, तो एक छोटे से एरिया के कारण पूरे के पूरे बड़े एरिया की डेवलपमेंट रुकी पड़ी थी। तो आई थिंक द टाइम हैज कम कि इंडिया अब अपना काउंटर नैरेटिव और स्ट्रॉन्ग करे। कश्मीर, जम्मू कश्मीर के जो भी इंडियंस जो वहां पे रहते हैं, उनकी ग्रोथ जो अभी तक पिछले कुछ सालों में जो वो पीछे रह गए हैं, उनको आगे लेके आएं, उनकी ग्रोथ के लिए स्पेशल एफर्ट करें, वहां पे इंफ्रास्ट्रक्चर बनाएं, और एट द सेम टाइम पीओके के लिए कुछ स्ट्रेटजीज बनानी शुरू कर दें। सर, बी इट डेमोक्रेसी और डेवलपमेंट, जम्मू एंड कश्मीर सेट्स न्यू एग्जांपल। प्रधानमंत्री नरेंद्र मोदी लेज फाउंडेशन ऑफ न्यू हाइड्रो इलेक्ट्रिक पावर प्रोजेक्ट, जैसे आपने मेंशन किया कि उन्होंने जम्मू एंड कश्मीर के यूथ को एड्रेस किया और उन्हें भरोसा दिलाया कि उनका फ्यूचर उनके पूर्वजों की तरह नहीं होगा। तो कश्मीरी यूथ की अगर हम बात करें तो क्या क्या सिग्निफिकेंट चेंजेस हो सकते हैं उनकी लाइफ में? देखो, वहाँ पे जैसे हायर एजुकेशन के इंस्टीट्यूट्स आ रहे हैं। सबसे पहले बेसिक चीज़ मैं आपको बताता हूँ। आप कभी कश्मीर गए? कश्मीर में अगर आज से 8-10 साल पहले आप गए होते तो होता क्या था कि एक सेंस ऑफ फियर था। तभी गई थी। वहां पे लेबलिंग, वहां पे आप जो सड़कों के ऊपर जो इवन आईसिस के भी लगने शुरू हो गए थे वहां पे झंडे, और सारे शटर्स के ऊपर वो सारा कुछ लिखा। हाँ बिल्कुल, वो सारे लगने शुरू हो गए थे। किसी भी टाइम पे मैं कई बार देखता था, हमारी टीम के कुछ लोग वहां पे जाते थे, अचानक बंद की कॉल आ गई हुर्रियत की तरफ से। अब 10 दिन में वो बेचारे वहीं फंसे हुए हैं, वो बाहर ही नहीं आ सकते, बिल्कुल बंद चल रहा है। तो आप मर्सी पे थे कुछ सेपरेटिस्ट के, वो जब मर्जी शहर को, स्टेट को बंद कर सकते थे, वहां पे इश्यू क्रिएट कर सकते थे। तो आज जब वो अब होता गया था कि जब बच्चों को अब, और उनके कंट्रोल में था नैरेटिव, आप प्रो इंडिया बात नहीं वहां पे कर सकते थे, इंटीग्रेशन की बात ही नहीं कर सकते थे। तो जो बच्चे पिछले 25-30 साल में पैदा हुए हैं, ज्यादातर बच्चे तो उसी एज ग्रुप के ही होंगे, उनको हर रोज उन्होंने देखा है कि कभी भी हमारी ये
स्कूल बंद हो जाते हैं, स्कूल की तो कोई इंपॉर्टेंस ही नहीं रही, उस बच्चे का पढ़ाई में कहाँ पे ध्यान रहेगा। फिर उनके दिमाग में बार बार डाला जाता है, अपने बच्चे आपके बाहर पढ़ रहे हैं, सरकारी नौकरियां कर रहे हैं, पर दूसरों के बच्चों को आप ये सिखा रहे हो कि ये आप एक लड़ाई का पार्ट हो, आपके ऊपर कब्जा हुआ है, जबकि वो झूठ है। तो जब पिछले कुछ टाइम से जब पथराव नहीं होगा, बंद की कॉल नहीं आएगी, रेगुलरली स्कूल लगेंगे, अच्छी क्वालिटी एजुकेशन आएगी, जो लोग बिजनेस करना चाहते थे, अब कौन जाएगा जिसको पता कि मैं कभी भी फंस सकता हूँ। सोच समझ के जाते थे ना, आप कश्मीर जाते थे तो लोग आपको बेस्ट विशेस देते थे, ध्यान रखना है ना, बच के आना बाहर, हाँ, तो उनके मन में, आपके घर वालों के मन में डर आ जाता था। आज वो डर जाता जा रहा है, मैं नहीं कह रहा पूरा चला गया है, बट इट हैज़ बिकम लॉट सेफर। अपने आप इन्वेस्टमेंट आएगी, बच्चे हर रोज़ जब अपने स्कूल में होंगे वो अच्छी चीज़ें भी सीखेंगे। सेकेंडली, जब सेफ इन्वायरमेंट मिलेगा और इन्वेस्टमेंट्स होंगी, बच्चों को लोकली अपॉर्चुनिटीज़ मिलेंगी, टूरिज्म बढ़ेगी, इट्स सच अ ब्यूटीफुल प्लेस टू गो टू, राइट। और जब कम्युनिटीज़ की इंटीग्रेशन होगी, जब हिंदू मुस्लिम सिख वहाँ पे मिलके रहेंगे, इकट्ठे रहेंगे, अपने आप जो एक नेशनल फ्लेवर है अपने आप बनेगा। जब सोसाइटीज इकट्ठी रहती हैं, जब आप अलग अलग जगह पे रहते हो ना, तो उसके अंदर वो जो एक्सट्रीमिज्म की बातें आना ज्यादा हो जाता है। आज वहां पे एक कम्युनिटी बिल्कुल आइसोलेटेड रह रही है और वहां पे उनकी आइडियोलॉजी एक्सट्रीमिस्ट बनाई जा रही थी थ्रू द सपोर्ट ऑफ फॉरेन पावर्स। जब इंटीग्रेशन होगी, जब मॉडरेशन होगी, तो एक सेकुलर माइंडसेट, जब लोग इकट्ठे होंगे तभी सेकुलर माइंडसेट बनेगा, जब वो इकट्ठे होंगे तभी नेशनलिस्ट माइंडसेट बनेगा। तो एक सेकुलर और नेशनलिस्ट माइंडसेट जम्मू कश्मीर का भी बनता जा रहा है, तो दैट अल्टीमेटली विल बी गुड फॉर द एंटायर स्टेट एंड द कंट्री। एब्सोल्युटली सर। इंटरनेशनल मुद्दे पर आते हैं, रशिया यूक्रेन वॉर अपडेट्स, जेलेंस्की टू मीट यूएस डेलीगेशन सर। देखो, जेलेंस्की यूएस डेलीगेट से मिले हैं एट हाई पावर, और ही इज आस्किंग फॉर वेपन्स, और यही डिस्कशंस हुई हैं। सो अल्टीमेटली आई डोंट नो इफ इट इज गुड फॉर यूक्रेन और नॉट। आई एम वरिड कि व्हाट विल यूएस ऐड वैल्यू, क्योंकि यूएस का इंटरेस्ट हर तरफ से यूक्रेन रशिया क्राइसिस को बढ़ाने की तरफ है, कम करने की तरफ नहीं है। तो इट इज़ वेरी वेरी इंपॉर्टेंट कि अब खैर जेलेंस्की ने यह भी अपील की है कि ही वांट्स टू सिट विद पुतिन एंड क्लोज द वॉर। वो सबसे ही एक स्मार्ट डिसीजन होगा कि रशिया और यूक्रेन बैठें और एक एमिकेबल सोल्यूशन अब निकालें, क्योंकि अब ये लड़ाई में अब ये बातें होती जा रही हैं कि इट कैन टर्न इनटू अ न्यूक्लियर वॉर। रशिया ने नए वेपन टेस्ट कर दिए हैं, अगर रशिया इसी तरह से आइसोलेटेड फील करता रहेगा, थिंग्स गो आउट ऑफ हैंड। तो ये जो मैं यूएस सेक्रेटरी, डिफेंस सेक्रेटरी वहाँ पे गए थे, अगर वो जा रहे हैं यूक्रेन, तो मेरी ये रिक्वेस्ट है कि वो लड़ाई बंद करने की तरफ दें, वहाँ पे हथियार मत भेजें, वहाँ पे ह्यूमैनिटेरियन एड भेजें, वहाँ पे खाना भेजें, वहाँ पे अपनी कमिटमेंट दें कि आगे इंफ्रास्ट्रक्चर कैसे डेवलप होगा, पर हथियार भेजने की बजाय वो बोलें कि यूक्रेन और रशिया की लड़ाई बंद हो, नेटो का पार्ट यूक्रेन नहीं बनेगा, और एक बफर स्टेट रशिया को भी मिलनी चाहिए एज अ पावरफुल नेशन, एज अ नेशन जिसको अपनी सुरक्षा लॉन्ग टर्म सोचनी पड़ेगी। और एट द सेम टाइम अब ये दोनों देश मिलकर यूक्रेन के लोगों का जो नुकसान हुआ है उनकी रिहेबिलिटेशन और वहाँ पे इंफ्रास्ट्रक्चर डेवलपमेंट पे फोकस करें, अदरवाइज इट विल बिकम वेरी वेरी डेंजरस। सो थैंक यू सो मच फॉर योर व्यूज सर। ऐसे ही इंपॉर्टेंट अपडेट्स और जरूरी विश्लेषण के लिए जुड़े रहिए हमारे चैनल के साथ। धन्यवाद।